काले लिबास में छुप ना सकेगा तेरा स्याह दिल मातम से माफ़ ना होगा खून मेरे हुसैन का। असलामुअलैकुम जी आया ਨੂੰ खुशामदीद ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਦੇ ਵਿੱਚ। ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਬਰਦਸਤ ਚਪਲੀ ਕਬਾਬ, ਜਿਹਦੇ ਲਈ ਅਸੀਂ ਲੈ ਲੈਣੀਆਂ 8 ਤੋਂ 10 ਗੋਲ ਵਾਲੀਆਂ ਲਾਲ ਮਿਰਚਾਂ, 1 ਚਮਚ ਜ਼ੀਰੇ ਦਾ, ਸੁੱਕਾ ਧਨੀਆ ਤਕਰੀਬਨ ਅਸੀਂ ਲਵਾਂਗੇ 1.5 ਚਮਚ, 1.5 ਚਮਚ ਸੁੱਕਾ ਧਨੀਆ ਲੈ ਕੇ ਕਾਲੀਆਂ ਮਿਰਚਾਂ ਲੈ ਲੈਣੀਆਂ ਆਪਾਂ ਥੋੜ੍ਹੀਆਂ ਜਿਹੀਆਂ ਲੈ ਕੇ ਇਹਨਾਂ ਨੂੰ ਸਿਰਫ ਹਲਕੀ ਅੱਗ 'ਤੇ 2 ਮਿੰਟ ਲਈ ਅਸੀਂ ਇਹਨਾਂ ਨੂੰ ਡਰਾਈ ਰੋਸਟ ਕਰਨਾ। ਇੰਨਾ ਕੁ ਇਹਨਾਂ ਕਰਨਾ ਕਿ ਹਲਕੀ ਜਿਹੀ ਇਹਨਾਂ ਦੀ ਜਦੋਂ ਮਸਾਲਿਆਂ ਦੀ ਖੁਸ਼ਬੂ ਆਉਣ ਲੱਗ ਜਾਵੇ ਨਾ, ਐਵੇਂ ਹਲਕੀ, ਬਹੁਤ ਤੇਜ਼ ਤੇ ਆਂਚ 'ਤੇ ਫਰਾਈ ਕਰੋਗੇ ਤਾਂ ਮਿਰਚਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਨਾ ਤਾਂਸ ਹੋਊਗੀ। ਅਤੇ ਤੁਸੀਂ ਪਹਿਲੇ ਮਿਰਚਾਂ ਕੱਢ ਕੇ ਗ੍ਰੈਂਡਰ ਜੱਗ ਵਿੱਚ ਪਾ ਲੈਣੀਆਂ, ਇਹਨਾਂ ਨੂੰ ਪੀਸਣਾ, ਕਿਉਂਕਿ ਮਿਰਚਾਂ ਜ਼ਿਆਦਾ ਦੇਰ ਲੈਂਦੀਆਂ ਨੇ ਪੀਸਣੇ ਨੂੰ। ਪਹਿਲੇ ਆਪਾਂ ਇਹਨਾਂ ਨੂੰ ਮਿਰਚਾਂ ਨੂੰ ਪੀਸ ਲੈਣਾ। ਮਿਰਚਾਂ ਨੂੰ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ, ਇਹਨਾਂ ਨੂੰ ਥੋੜ੍ਹਾ ਜਿਹਾ ਦਰਦਰਾ ਕਰਾਂਗੇ, ਪੀਸਾਂਗੇ। ਪੀਸਣੇ ਤੋਂ ਬਾਅਦ ਜਿਹੜੇ ਬਾਕੀ ਸਾਡੇ ਕੋਲ ਮਸਾਲੇ ਰੱਖੇ ਆ ਨਾ, ਆਪਾਂ ਉਹ ਇਹਦੇ ਵਿੱਚ ਪਾ ਦੇਵਾਂਗੇ। ਮਿਰਚਾਂ ਤੁਸੀਂ ਦੇਖੋ ਇਸ ਤਰ੍ਹਾਂ ਦੀਆਂ ਦਰਦਰੀਆਂ ਜਿਹੀਆਂ ਹੋ ਗਈਆਂ। ਹੁਣ ਇਹਦੇ ਵਿੱਚ ਜਿਹੜੇ ਬਾਕੀ ਮਸਾਲੇ ਪਏ ਸੀ ਮੈਂ ਉਹ ਵੀ ਇਹਦੇ ਵਿੱਚ ਪਾ ਤੇ ਹੁਣ ਆਪਾਂ ਇਹਨੂੰ ਵੀ ਪੀਸ ਲੈਣਾ। ਇਹਨੂੰ ਵੀ ਆਪਾਂ ਬਹੁਤ ਮੋਟਾ ਨਹੀਂ ਪੀਸਣਾ, ਦੇਖੋ ਦਰਦਰਾ ਜਿਹਾ ਹੀ ਪੀਸਣਾ। ਜਿਹੜਾ ਦਰਦਰਾ ਪੀਸਿਆ ਹੋਇਆ ਮਸਾਲਾ ਹੁੰਦਾ ਨਾ, ਇਹ ਚਪਲੀ ਕਬਾਬਾਂ 'ਚ ਬਹੁਤ ਹੀ ਮਜ਼ੇਦਾਰ ਲੱਗਦਾ। ਹੁਣ ਲੈ ਲੈਣਾ 1 ਪਿਆਜ਼। ਤੁਸੀਂ ਚਾਹੋ ਤਾਂ ਪਿਆਜ਼ ਨੂੰ ਇਸ ਤਰ੍ਹਾਂ ਚੌਪਰ 'ਚ ਚੌਪ ਕਰ ਲਓ, ਚਾਹੋ ਤਾਂ ਇਹਨੂੰ ਕੱਦੂਕਸ ਕਰਕੇ ਨਿਚੋੜ ਲਓ। ਲੇਕਿਨ ਦੋਨਾਂ ਸੂਰਤਾਂ ਦੇ ਵਿੱਚ ਇਹ ਹੈ ਕਿ ਪਿਆਜ਼ ਦਾ ਪਾਣੀ ਬਿਲਕੁਲ ਤੁਸੀਂ ਕੱਢ ਦੇਣਾ। ਪਿਆਜ਼ ਖੁਸ਼ਕ ਜਿਹਾ ਹੋਊਗਾ ਅਤੇ ਫਿਰ ਹੀ ਕੀਮੇ ਦੇ ਵਿੱਚ ਉਹ ਸਹੀ ਰਹੂਗਾ, ਵਰਨਾ ਜਿਹੜਾ ਪਿਆਜ਼ ਪਾਣੀ ਛੋੜ ਦੇਗਾ ਅਤੇ ਫਿਰ ਕੀਮੇ ਦੀਆਂ ਜਦੋਂ ਤੁਸੀਂ ਇਹਦੇ ਕਬਾਬ ਬਣਾਓਗੇ ਅਤੇ ਉਹ ਫਿਰ ਟੁੱਟ ਜਾਣਗੇ। ਤੁਸੀਂ ਇਹਨੂੰ ਇਸ ਤਰ੍ਹਾਂ ਛਾਨਣੀ 'ਚ ਪਾ ਲਓ ਕਿਸੇ 'ਚ, ਜਾਂ ਬਿਹਤਰ ਇਹ ਹੈ ਕਿ ਤੁਸੀਂ ਇਹਨੂੰ ਮਲਮਲ ਦੇ ਕੱਪੜੇ 'ਚ ਪਾ ਕੇ ਕੁੱਟ ਕੇ ਨਿਚੋੜ ਲਓ। ਹਾਫ kg ਕੀਮਾ ਗਾਏ ਦਾ, ਬੀਫ ਦਾ ਕੀਮਾ ਲੈ ਲਿਆ ਮੈਂ। ਵਿੱਚ 1 ਪਿਆਜ਼ ਬਿਲਕੁਲ ਅੱਛੀ ਤਰ੍ਹਾਂ ਨਿਚੋੜ ਕੇ ਪਾਤਾ, 1 ਮੁੱਠੀ ਜਿੰਨਾ ਧਨੀਆ ਔਰ 1 ਮੁੱਠੀ ਜਿੰਨਾ ਹੀ ਮੈਂ ਇਹਦੇ ਵਿੱਚ ਆਪਣਾ ਪੁਦੀਨਾ ਪਾਤਾ। ਇਹਨੂੰ ਧਨੀਆ ਪੁਦੀਨੇ ਨੂੰ ਅੱਛੀ ਤਰ੍ਹਾਂ ਇਹਦੇ ਵਿੱਚ ਪਾ ਦੇਣਾ ਬਿਲਕੁਲ। ਔਰ ਫਿਰ ਜਿਹੜਾ ਮਸਾਲਾ ਆਪਾਂ ਪੀਸ ਕੇ ਰੱਖਿਆ ਸੀਗਾ ਉਹਨੂੰ ਆਪਾਂ ਪਾ ਦੇਣਾ, ਜਿੰਨਾ ਵੀ ਤਕਰੀਬਨ 2 ਚਮਚ ਤੁਸੀਂ ਆਪਣੇ ਹਿਸਾਬ ਦੇ ਮੁਤਾਬਕ ਸਪਾਈਸਿਸ ਡਾਲ ਸਕਦੇ ਹੋ। ਮੈਂ ਇਹਦੇ ਵਿੱਚ ਤਕਰੀਬਨ 4 ਚਮਚ ਪਾਏ ਨੇ ਔਰ ਹਾਫ ਚਮਚ ਆ ਜਿਹੜਾ ਉਹ ਪਾ ਦਿੱਤਾ ਕਾਲੀ ਮਿਰਚ ਕਰਸ਼ ਹੋਈ ਦਾ। ਟਮਾਟਰ ਦੇ ਬੀਜ ਕੱਢ ਲੈਣੇ ਨੇ, ਬੀਜ ਵਿੱਚੋਂ ਕੱਢ ਕੇ ਅਤੇ ਟਮਾਟਰ ਕੱਟ ਕੇ ਇਸ ਤਰ੍ਹਾਂ ਦੇ ਨਾ ਥੋੜ੍ਹੇ ਮੋਟੇ ਜਿਹੇ ਪਾ ਦਿਓ। ਵਿੱਚ ਸਬਜ਼ ਮਿਰਚਾਂ ਪਾ ਦਿਓ ਇਹਦੇ ਵਿੱਚ ਇੰਨੀਆਂ ਬਰੀਕ ਚੌਪ ਕਰਕੇ ਤੁਸੀਂ। ਔਰ ਟਮਾਟਰ ਦੇ ਬੀਜ ਲਾਜ਼ਮੀ ਕੱਢ ਲੈਣੇ ਨੇ। ਇਹ ਪਪਾਇਆ ਦਾ 1 ਚਮਚ ਆ, ਇਹ ਗੋਸ਼ਤ ਨੂੰ ਗਲਣੇ 'ਚ ਮਦਦ ਕਰੇਗਾ। ਨਮਕ 1 ਖਾਣੇ ਦਾ ਚਮਚ ਇਹਦੇ ਵਿੱਚ ਪਾਤਾ। ਹੁਣ ਤੁਹਾਡੇ ਕੋਲ ਬੇਸਨ ਹੈ ਅਤੇ ਬੇਸਨ, ਨਹੀਂ ਤਾਂ ਮੱਕੀ ਦਾ ਆਟਾ ਹੈ ਅਤੇ ਮੱਕੀ ਦਾ ਆਟਾ ਵਿੱਚ ਪਾ ਲਓ। 2 ਖਾਣੇ ਦੇ ਚਮਚ ਮੱਕੀ ਦਾ ਆਟਾ ਜਾਂ ਬੇਸਨ ਇਹਦੇ ਵਿੱਚ ਪਾ ਲਓ। ਔਰ ਫਿਰ 1 ਅਦਦ ਅੰਡਾ ਇਹਦੇ ਵਿੱਚ ਪਾਉਣਾ ਲਾਜ਼ਮੀ ਹੈ, ਕਿਉਂਕਿ ਅੰਡਾ ਜਿਹੜਾ ਨਾ ਇਹਨੂੰ ਬਾਈਂਡ ਕਰੇਗਾ, ਇਹਨੂੰ ਜੋੜੇਗਾ। ਜੋ ਅੰਡੇ ਦੇ ਨਾਲ ਇਹ ਜੋੜ ਕੇ ਬਹੁਤ ਜ਼ਬਰਦਸਤ ਜਿਹੜੇ ਆ ਨਾ ਫਰਾਈ ਹੋਣਗੇ। ਇਹਨੂੰ ਚੰਗੀ ਤਰ੍ਹਾਂ ਕਰੋ ਮਿਕਸ, ਨਰਮ ਹੱਥ ਦੇ ਨਾਲ ਇਹਨੂੰ ਪਕੜ ਕੇ ਇਸ ਤਰ੍ਹਾਂ ਮਿਕਸ ਕਰ ਲਓ ਤਾਂ ਕਿ ਮਸਾਲੇ ਔਰ ਕੀਮਾ ਯਕਜਾ ਹੋ ਜਾਏ। ਲਸਣ ਅਦਰਕ ਦਾ ਪੇਸਟ 2 ਖਾਣੇ ਦੇ ਚਮਚ ਉਹ ਇਹਦੇ ਵਿੱਚ ਪਾ ਦਿਓ, ਨਾਲ ਹੀ ਇਹਨੂੰ ਮਿਕਸ ਕਰ ਦਿਓ। ਬਹੁਤ ਅੱਛੀ ਤਰ੍ਹਾਂ ਇਹਨੂੰ ਮਿਕਸ ਕਰੋ। ਅਗਰ ਮਿਕਸ ਕਰਕੇ ਤੁਸੀਂ ਤਕਰੀਬਨ ਇਹਨੂੰ ਰੱਖਣਾ ਚਾਹੁੰਦੇ ਹੋ ਅਤੇ 10 ਕੁ ਮਿੰਟ ਰੱਖ ਸਕਦੇ ਹੋ, ਲੇਕਿਨ ਕੋਸ਼ਿਸ਼ ਇਹ ਕਰੋ ਕਿ ਫੌਰਨ ਹੀ ਤੁਸੀਂ ਇਹਨੂੰ ਬਣਾ ਲਓ, ਕਿਉਂਕਿ ਇਹਦੇ ਵਿੱਚ ਜਦੋਂ ਅਸੀਂ ਨਮਕ ਪਾਉਣਾ ਅਤੇ ਟਮਾਟਰ ਨੇ ਪਿਆਜ਼ ਨੇ ਇਹਦਾ ਪਾਣੀ ਛੋੜ ਦੇਣਾ। ਅਤੇ ਇਹਨੂੰ ਬਣਾਉਣੇ ਤੋਂ ਬਾਅਦ ਇਸ ਤਰ੍ਹਾਂ ਮਿਕਸ ਕਰਨੇ ਤੋਂ ਬਾਅਦ ਫੌਰਨ ਹੀ ਬਣਾ ਲਓ, ਤਾਂ ਕਿ ਜਿਹੜੇ ਹੈਗਾ ਨਾ ਪਾਣੀ ਵਗੈਰਾ ਨਾ ਛੋੜਨ ਜਿਹੜੀਆਂ ਇਹਦੇ ਵਿੱਚ ਸਬਜ਼ੀਆਂ ਪਾਈਆਂ ਸੀ। ਅਤੇ ਫਿਰ ਇਹਨੂੰ ਦੋਵਾਂ ਹੱਥਾਂ ਵਿੱਚ ਲੈ ਕੇ ਆਪਣੀ ਮਰਜ਼ੀ ਦੇ ਮੁਤਾਬਕ ਜਿੰਨੀਆਂ ਤੁਸੀਂ ਟਿੱਕੀਆਂ ਬਣਾਉਣੀਆਂ ਉਹਨਾਂ ਨੇ ਮੋਟੇ ਨੂੰ ਦੋਵਾਂ ਹੱਥਾਂ ਵਿੱਚ ਲੈ ਕੇ ਇਸ ਤਰ੍ਹਾਂ ਬੋਲ ਦੀ ਸ਼ਕਲ ਨਾਲ ਪਹਿਲੇ ਕਰਕੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਦੋਵੇਂ ਹੱਥਾਂ ਦੀਆਂ ਹਥੇਲੀਆਂ ਦੀ ਮਦਦ ਨਾਲ ਇਹਨੂੰ ਟਿੱਕੀ ਦੀ ਸ਼ੇਪ ਦੇ ਦੇਣੀ ਹੈ। ਟਿੱਕੀ ਬਹੁਤ ਜ਼ਿਆਦਾ ਮੋਟੀ ਵੀ ਨਾ ਹੋਵੇ ਅਤੇ ਬਹੁਤ ਜ਼ਿਆਦਾ ਪਤਲੀ ਵੀ ਨਾ ਹੋਵੇ, ਬਸ ਮੀਡੀਅਮ ਜੀ ਸਾਈਜ਼ ਦੀ ਇਹਨੂੰ ਬਣਾਓ ਅਤੇ ਬਹੁਤ ਹੀ ਮਜ਼ੇਦਾਰ ਨੇ ਜਿਹੜੇ ਚਪਲੀ ਕਬਾਬ ਸਾਡੇ ਬਣ ਕੇ ਤਿਆਰ ਹੋ ਜਾਣਗੇ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਰੈਸਪੀ ਅੱਛੀ ਲੱਗੇਗੀ। ਅਗਰ ਰੈਸਪੀ ਚੰਗੀ ਲੱਗਦੀ ਹੈ ਤਾਂ ਇੱਕ ਸਬਸਕ੍ਰਾਈਬ ਸੁੱਟੋ ਅਤੇ ਨਾਲ ਹੀ ਲਾਈਕ ਅਤੇ ਸ਼ੇਅਰ ਦੇ ਬਟਨ 'ਤੇ ਵੀ ਹੱਥ ਮਾਰ ਦਿਓ। ਔਰ ਕਮੈਂਟ ਨਾਲ ਵਿੱਚ ਦੱਸਿਓ ਜ਼ਰੂਰ ਕਿ ਤੁਹਾਨੂੰ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗਦੀ ਹੈ, ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ, ਔਰ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ। ਤੇਲ ਫਰਾਈ ਕਰਨ ਲਈ ਬਹੁਤ ਥੋੜ੍ਹੇ ਤੇਲ 'ਚ ਫਰਾਈ ਕਰਨਾ ਇਹਨਾਂ ਨੂੰ, ਇੰਨੇ ਜ਼ਿਆਦਾ ਤੇਲ 'ਚ ਫਰਾਈ ਨਹੀਂ ਕਰਨਾ ਹੈਗਾ। ਔਰ 4 ਤੋਂ 5 ਮਿੰਟ ਲਈ ਇੱਕ ਸਾਈਡ ਤੋਂ ਪਕਾਉਣਾ, ਫਿਰ 4 ਤੋਂ 5 ਮਿੰਟ ਲਈ ਆਪਾਂ ਇਹਨੂੰ ਦੂਸਰੀ ਸਾਈਡ ਤੋਂ ਪਕਾਉਣਾ।
ਤਾਂ ਕਿ ਜਿਹੜਾ ਇਹਦਾ ਗੋਸ਼ਤ ਆ ਉਹ ਵੀ ਅੰਦਰ ਤੱਕ ਪੱਕ ਜਾਏ, ਨਾ ਕਿ ਕੱਚਾ ਰਹਿ ਜਾਏ। ਔਰ ਫਿਰ ਤੁਸੀਂ ਨਾ ਹੀ ਬਾਹਰੋਂ ਬਹੁਤ ਜ਼ਿਆਦਾ ਇਹਨੂੰ ਕਾਲੀਆਂ ਕਰ ਦੇਣਾ ਤੁਸੀਂ, ਬਸ ਇਹਨੂੰ ਕੋਸ਼ਿਸ਼ ਕਰਨੀ ਹੈ ਕਿ ਇਹ ਅੰਦਰੋਂ ਪੱਕ ਜਾਣ। ਮੀਡੀਅਮ ਆਂਚ 'ਤੇ ਤੁਸੀਂ ਇਹਨਾਂ ਨੂੰ ਪਕਾਉਣਾ। ਫਿਰ ਜੀ ਇਹਨਾਂ ਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਪ੍ਰੈਸ ਕਰਕੇ, ਤਾਂ ਕਿ ਅਗਰ ਇਹਦੇ ਵਿੱਚ ਆਇਲ ਆ ਤਾਂ ਉਹ ਵੀ ਨਿਕਲ ਜਾਵੇ। ਅਤੇ ਇਹਨੂੰ ਆਪਾਂ ਸਰਵ ਕਰ ਲੈਂਦੇ ਹਾਂ। ਔਰ ਬਹੁਤ ਹੀ ਮਜ਼ੇ ਦੀ ਔਰ ਟੇਸਟੀ ਕਬਾਬ ਬਣਨਗੇ ਔਰ ਫਟਾਫਟ ਬਣ ਜਾਣਗੇ। ਤੁਸੀਂ ਕਹੋਗੇ ਨਾ ਹੀ ਟੁੱਟਣਗੇ ਇਹ ਅਤੇ ਨਾ ਹੀ ਅੰਦਰੋਂ ਕੱਚੇ ਹੋਣਗੇ। ਔਰ ਮਜ਼ੇ ਦੇ ਇੱਕਦਮ ਚਪਲੀ ਕਬਾਬ ਤਿਆਰ ਨੇ। ਉਮੀਦ ਹੈ ਤੁਹਾਨੂੰ ਰੈਸਪੀ ਅੱਛੀ ਲੱਗੂਗੀ। ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਰੱਬ ਸੋਹਣੇ ਦੇ ਹਵਾਲੇ।